ਪਿਆਰੇ ਦਰਸ਼ਕੋ, ਜੈ ਮਸੀਹ ਦੀ। ਦਿਸ਼ਾ ਪਰਿਵਰਤਨ ਦੇ ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਭਨਾਂ ਦਾ ਇੱਕ ਵਾਰ ਫਿਰ ਤੋਂ ਬਹੁਤ ਸਵਾਗਤ ਹੈ। ਅਸੀਂ ਪਰਮੇਸ਼ਰ ਦੇ ਵਚਨ ਦੇ ਵਿੱਚ ਤੁਹਾਡੀ ਦਿਲਚਸਪੀ ਦੇ ਲਈ ਪਿਤਾ ਪਰਮੇਸ਼ਰ ਅਤੇ ਪ੍ਰਭੂ ਯਿਸੂ ਮਸੀਹ ਜੀ ਦਾ ਧੰਨਵਾਦ ਕਰਦੇ ਹਾਂ ਕਿ ਤੁਸੀਂ ਉਹਦੇ ਵਚਨ ਦੀ ਰੋਸ਼ਨੀ ਦੇ ਵਿੱਚ ਲਗਾਤਾਰ ਆਤਮਿਕ ਗਿਆਨ ਪ੍ਰਾਪਤ ਕਰਦੇ ਜਾ ਰਹੇ ਹੋ। ਸਾਨੂੰ ਉਮੀਦ ਹੈ ਕਿ ਤੁਹਾਨੂੰ ਇਹਨਾਂ ਵਚਨਾਂ ਦਾ ਬਹੁਤ ਲਾਭ ਹਾਸਿਲ ਹੋ ਰਿਹਾ ਹੋਵੇਗਾ। ਦੋਸਤੋ, ਅਸੀਂ ਆਪਣੇ ਪਿਛਲੇ ਪ੍ਰੋਗਰਾਮ ਦੇ ਵਿੱਚ ਪ੍ਰਭੂ ਯਿਸੂ ਮਸੀਹ ਜੀ ਦੇ ਪਹਾੜੀ ਉਪਦੇਸ਼ ਵਿੱਚੋਂ ਉਹਦੀਆਂ ਸਿੱਖਿਆਵਾਂ ਦੇ ਉੱਤੇ ਗੌਰ ਕਰ ਰਹੇ ਸੀ। ਪਿਛਲੇ ਪ੍ਰੋਗਰਾਮ ਦੇ ਵਿੱਚ ਅਸੀਂ ਮਨਮੁਟਾਵ ਦੇ ਬਾਰੇ ਜਾਣਿਆ ਸੀ। ਅਸੀਂ ਜਾਣਿਆ ਸੀ ਕਿ ਪ੍ਰਭੂ ਯਿਸੂ ਜੀ ਸਾਨੂੰ ਹੱਤਿਆ ਨਾ ਕਰਨ ਬਾਰੇ ਸਿਖਾਉਂਦੇ ਹਨ। ਅਸੀਂ ਹੱਤਿਆ ਦੇ ਮੁੱਖ ਬਿੰਦੂਆਂ ਦੇ ਉੱਤੇ ਗੌਰ ਕੀਤਾ ਸੀ। ਅਸੀਂ ਵੇਖਿਆ ਸੀ ਕਿ ਜਦੋਂ ਕੋਈ ਵਿਅਕਤੀ ਕਿਸੇ ਦੂਜੇ ਵਿਅਕਤੀ ਦੀ ਹੱਤਿਆ ਕਰਦਾ ਹੈ ਤਾਂ ਇਹ ਕੋਈ ਇੱਕ ਦਿਨ ਵਿੱਚ ਨਹੀਂ ਹੋ ਜਾਂਦਾ, ਸਗੋਂ ਉਹ ਵਿਅਕਤੀ ਦੂਜੇ ਵਿਅਕਤੀ ਦੇ ਪ੍ਰਤੀ ਆਪਣੇ ਕ੍ਰੋਧ ਅਤੇ ਨਫ਼ਰਤ ਨੂੰ ਆਪਣੇ ਅੰਦਰ ਪਨਪਣ ਦਿੰਦਾ ਹੈ ਅਤੇ ਜੇਕਰ ਇਸ ਦੇ ਨਾਲ ਸਮਾਂ ਰਹਿੰਦੇ ਹੋਏ ਨਾ ਨਜਿੱਠਿਆ ਜਾਏ ਤਾਂ ਇਸ ਦਾ ਪਰਿਣਾਮ ਬਹੁਤ ਹੀ ਖਤਰਨਾਕ ਹੁੰਦਾ ਹੈ। ਅਸੀਂ ਸਿੱਖਿਆ ਕਿ ਆਪਣੇ ਭਰਾ ਦੇ ਨਾਲ ਕਿਸੇ ਕਾਰਨ ਤੋਂ ਬਗੈਰ ਕ੍ਰੋਧ ਨਾ ਕਰੋ। ਗੁੱਸਾ ਮਨੁੱਖ ਦੇ ਵਿਅਕਤੀਤਵ ਦਾ ਇੱਕ ਅਹਿਮ ਹਿੱਸਾ ਹੈ। ਇਹ ਸਾਡੀ ਇੱਕ ਭਾਵਨਾ ਹੈ। ਸਾਨੂੰ ਇਸ ਦੇ ਉੱਤੇ ਨਿਯੰਤਰਣ ਰੱਖਣ ਦੀ ਲੋੜ ਹੈ ਅਤੇ ਸਾਵਧਾਨ ਰਹਿਣ ਦੀ ਲੋੜ ਹੈ। ਬਾਈਬਲ ਬਾਣੀ ਦੇ ਵਿੱਚ ਸੰਤ ਪੌਲੁਸ ਕਹਿੰਦੇ ਹਨ ਕਿ ਕ੍ਰੋਧ ਤਾਂ ਕਰੋ ਪਰ ਪਾਪ ਨਾ ਕਰੋ। ਜੇਕਰ ਕ੍ਰੋਧ ਦੇ ਵਿੱਚ ਆ ਕੇ ਕੋਈ ਕਿਸੇ ਦੀ ਹੱਤਿਆ ਕਰਦਾ ਹੈ ਤਾਂ ਇਹ ਪਾਪ ਹੈ। ਸੰਤ ਪੌਲੁਸ ਕਹਿੰਦੇ ਹਨ ਕਿ ਤੁਹਾਡਾ ਕ੍ਰੋਧ ਸਵੇਰ ਦੇ ਸੂਰਜ ਵਾਂਗੂ ਚੜ੍ਹ ਕੇ ਸ਼ਾਮ ਦੇ ਢਲਦੇ ਸੂਰਜ ਵਾਂਗੂ ਸਮਾਪਤ ਹੋ ਜਾਣਾ ਚਾਹੀਦਾ। ਇਸ ਕਰਕੇ ਦੋਸਤੋ, ਸਾਨੂੰ ਸਿਰਫ ਪਾਪ ਦੇ ਖਿਲਾਫ ਹੀ ਕ੍ਰੋਧ ਕਰਨਾ ਚਾਹੀਦਾ ਹੈ, ਕਿਸੇ ਹੋਰ ਗੱਲ ਦੇ ਖਿਲਾਫ ਨਹੀਂ। ਸਾਡੇ ਅੱਜ ਦੇ ਅਧਿਐਨ ਪ੍ਰੋਗਰਾਮ ਦੇ ਵਿੱਚ ਅਸੀਂ ਇਸ ਵਿਸ਼ੇ ਦੇ ਬਾਕੀ ਬਚੇ ਹੋਏ ਹਿੱਸੇ ਦੇ ਉੱਤੇ ਆਪਣੇ ਅਧਿਐਨ ਨੂੰ ਜਾਰੀ ਰੱਖਾਂਗੇ। ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਮੇਲ ਮਿਲਾਪ ਬਾਰੇ ਚਰਚਾ ਕਰਾਂਗੇ। ਮੇਲ ਮਿਲਾਪ ਅਧੀਨ ਅਸੀਂ ਜਿਨ੍ਹਾਂ ਗੱਲਾਂ ਉੱਤੇ ਵਿਚਾਰ ਕਰਾਂਗੇ ਉਹ ਗੱਲਾਂ ਹਨ: ਗਲਤੀ ਯਾਦ ਰੱਖਣਾ, ਭਗਤੀ ਦਾ ਇਨਕਾਰ, ਆਪਣੇ ਭਰਾ ਨਾਲ ਮੇਲ ਮਿਲਾਪ ਅਤੇ ਭਗਤੀ ਦੇ ਲਈ ਵਾਪਸੀ। ਦੋਸਤੋ, ਕੀ ਤੁਸੀਂ ਤਿਆਰ ਹੋ ਸਾਡੇ ਅੱਜ ਦੇ ਅਧਿਐਨ ਪ੍ਰੋਗਰਾਮ ਦੇ ਲਈ? ਕਿਰਪਾ ਕਰਕੇ ਧਿਆਨ ਦਿਓ, ਕਿਉਂ ਜੋ ਤੁਹਾਡੀ ਬਾਈਬਲ ਆਖਦੀ ਹੈ ਕਿ ਤੁਸੀਂ ਆਪਣੇ ਭਰਾ ਨਾਲ ਬਿਨਾਂ ਕਿਸੇ ਕਾਰਨ ਕ੍ਰੋਧ ਨਾ ਕਰੋ। ਹੋ ਸਕਦਾ ਹੈ ਕਦੇ ਗੁੱਸਾ ਆ ਜਾਵੇ, ਕਿਉਂਕਿ ਇਸ ਦਾ ਮਤਲਬ ਇਹ ਹੈ ਗੁੱਸਾ ਆਉਣ ਦਾ ਕਾਰਨ ਹੋ ਸਕਦਾ ਹੈ। ਯਿਸੂ ਦੇ ਜੀਵਨ ਵਿੱਚ ਇਸ ਤਰ੍ਹਾਂ ਹੋਇਆ, ਕਿਉਂਕਿ ਸੁਸਮਾਚਾਰਾਂ ਵਿੱਚ ਅਸੀਂ ਦੇਖਦੇ ਹਾਂ ਯਿਸੂ ਕ੍ਰੋਧਿਤ ਹੋਇਆ। ਕੀ ਤੁਹਾਨੂੰ ਉਹ ਦਿਨ ਯਾਦ ਹੈ ਜਦ ਉਸਨੇ ਮੰਦਰ ਦੀ ਸਫਾਈ ਕੀਤੀ? ਇਹ ਸਭ ਇੰਨਾ ਸੌਖਾ ਨਹੀਂ ਸੀ। ਯਿਸੂ ਕ੍ਰੋਧਿਤ ਸੀ। ਮੈਂ ਬਹੁਤ ਹੈਰਾਨ ਹੁੰਦਾ ਹਾਂ ਜਦ ਇਸ ਲੇਖ ਨੂੰ ਪੜ੍ਹਦਾ ਹਾਂ। ਤੁਸੀਂ ਇਸ ਨੂੰ ਕਿਸ ਤਰ੍ਹਾਂ ਲੈਂਦੇ ਹੋ ਜਦ ਤੁਸੀਂ ਬਿਨਾਂ ਕਾਰਨ ਕ੍ਰੋਧ ਕਰਦੇ ਹੋ? ਮੈਂ ਸੋਚਦਾ ਹਾਂ ਮੈਂ ਇਸ ਨੂੰ ਸਪਸ਼ਟ ਕਰਕੇ ਸਮਝਾਇਆ ਹੈ। ਤੁਸੀਂ ਜਾਣੋ ਕਿ ਇਹਨਾਂ ਗੱਲਾਂ ਨੇ ਤੁਹਾਨੂੰ ਛੂਹਿਆ ਹੈ ਕਿ ਤੁਹਾਡਾ ਕ੍ਰੋਧ ਫੁੱਟ ਪੈਂਦਾ ਹੈ ਜਦ ਕੋਈ ਤੁਹਾਨੂੰ ਕੁਝ ਕਹਿੰਦਾ ਹੈ ਜਾਂ ਤੁਹਾਡੇ ਬਾਰੇ ਕੁਝ ਕਰਦਾ ਹੈ। ਜੇ ਇਹ ਸੱਚ ਹੈ ਤਾਂ ਤੁਸੀਂ ਯਕੀਨ ਕਰੋ ਕਿ ਇਹ ਕ੍ਰੋਧ ਸਵੀਕਾਰ ਨਹੀਂ ਕੀਤਾ ਜਾ ਸਕਦਾ। ਸਾਨੂੰ ਕਦੇ ਵੀ ਕ੍ਰੋਧ ਨਹੀਂ ਕਰਨਾ ਚਾਹੀਦਾ, ਭਾਵੇਂ ਸਾਡੇ ਨਾਲ ਕੁਝ ਵੀ ਹੋ ਜਾਵੇ। ਇਹ ਸਾਡੇ ਲਈ ਠੀਕ ਹੈ ਜੇ ਅਸੀਂ ਪਾਪ ਦੀ ਵਿਰੋਧਤਾ ਲਈ ਕ੍ਰੋਧ ਕਰੀਏ। ਅਬੋਰਸ਼ਨ, ਗਰਭਪਾਤ ਦੇ ਖਿਲਾਫ, ਅਨੈਤਿਕਤਾ ਦੇ ਖਿਲਾਫ, ਜੋ ਸਾਡੇ ਘਰਾਂ ਵਿੱਚ ਪਰਿਵਾਰਾਂ ਨੂੰ ਨਾਸ਼ ਕਰਦੀ ਹੈ। ਇਹ ਸਮੇਂ ਹੈ ਜਦ ਪਰਮੇਸ਼ਰ ਦੇ ਲੋਕਾਂ ਨੂੰ ਪਾਪ ਦੇ ਵਿਰੁੱਧ ਕ੍ਰੋਧ ਕਰਨਾ ਹੈ। ਪਾਪ ਦੇ ਵਿਰੁੱਧ ਕ੍ਰੋਧ ਕਰਨਾ ਠੀਕ ਹੈ। ਪ੍ਰੀਖਿਆ ਦੀ ਘੜੀ ਹੈ। ਬੇਵਜ੍ਹਾ ਕ੍ਰੋਧ ਨਹੀਂ ਕਰਨਾ ਚਾਹੀਦਾ। ਜ਼ਰੂਰਤ ਹੈ ਸਰੀਰ ਅਤੇ ਆਤਮਾ ਵਿੱਚ ਮਜ਼ਬੂਤ ਹੋਈਏ ਤਾਂ ਕਿ ਇਸ ਦਾ ਮੁਕਾਬਲਾ ਕਰ ਸਕੀਏ। ਸੱਚਮੁੱਚ ਇਹ ਇੱਕ ਔਖਾ ਕੰਮ ਹੈ। ਸ਼ਾਇਦ ਮੈਂ ਵੀ ਉੱਥੇ ਤੱਕ ਨਹੀਂ ਪਹੁੰਚਿਆ। ਮੈਂ ਆਸ਼ਾ ਕਰਦਾ ਹਾਂ ਕਿ ਮੈਂ ਰਾਸਤੇ ਵਿੱਚ ਹਾਂ, ਪਰ ਮੈਂ ਉੱਥੇ ਤੱਕ ਨਹੀਂ ਪਹੁੰਚਿਆ ਅਤੇ ਨਾ ਹੀ ਤੁਸੀਂ। ਇਹ ਸਾਡੇ ਜੀਵਨ ਵਿੱਚ ਉਮਰ ਭਰ ਸਿੱਖਣ ਵਾਲੀ ਕਿਰਿਆ ਹੈ। ਨੰਬਰ 2, ਮੇਲ ਮਿਲਾਪ। ਮੱਤੀ 5:23 ਤੋਂ ਲੈ ਕੇ 26 ਤੱਕ ਇੱਥੇ ਯਿਸੂ ਮੇਲ ਮਿਲਾਪ ਬਾਰੇ ਦੱਸਦਾ ਹੈ। ਆਓ ਸੁਣੀਏ ਉਹ ਐਤ 23 ਦੇ ਅਤੇ ਅੱਗੇ ਮੇਲ ਮਿਲਾਪ ਦੇ ਬਾਕੀ ਸ਼ਬਦਾਂ ਦੇ ਬਾਰੇ ਉਹ ਕੀ ਆਖਦਾ ਹੈ। ਉਹ ਆਖਦਾ ਹੈ, ਸੋ ਜੋ ਤੂੰ ਜਗਵੇਦੀ ਉੱਤੇ ਆਪਣੀ ਭੇਟ ਚੜਾਉਣ ਲੱਗੇ,
ਅਤੇ ਉੱਥੇ ਤੈਨੂੰ ਚੇਤੇ ਆਵੇ ਜੋ ਮੈਂ ਆਪਣੇ ਭਰਾ ਨਾਲ ਖੋਟ ਕਮਾਇਆ ਹੈ, ਤਾਂ ਉੱਥੇ ਆਪਣੀ ਭੇਟ ਜਗਵੇਦੀ ਦੇ ਸਾਹਮਣੇ ਛੱਡ ਕੇ ਚਲਿਆ ਜਾ ਅਤੇ ਪਹਿਲਾਂ ਆਪਣੇ ਭਰਾ ਨਾਲ ਮੇਲ ਕਰ। ਯਿਸੂ ਜੀ ਜਾਣਦੇ ਸੀ ਕਿ ਕ੍ਰੋਧ ਦਾ ਸਾਹਮਣਾ ਸਿਰਫ ਮੇਲ ਮਿਲਾਪ ਅਤੇ ਮਾਫੀ ਦੇ ਦੁਆਰਾ ਹੀ ਕੀਤਾ ਜਾ ਸਕਦਾ ਹੈ। ਉਹ ਚਾਹੁੰਦਾ ਸੀ ਕਿ ਅਸੀਂ ਆਪਣੇ ਕ੍ਰੋਧ ਨੂੰ, ਜੋ ਮਨ ਮੁਟਾਵ ਦਾ ਕਾਰਨ ਹੈ, ਉਸ ਨੂੰ ਮੇਲ ਮਿਲਾਪ ਦੇ ਨਿਯਮ ਨਾਲ ਬਦਲ ਦਈਏ। ਇਹ ਕੋਈ 12 ਕਦਮ ਵਧਣ ਵਾਲੀ ਪ੍ਰਕਿਰਿਆ ਨਹੀਂ ਹੈ। ਇਸ ਲਈ ਨਹੀਂ, ਤੁਹਾਨੂੰ ਕਿਸੇ ਸਮੂਹ ਦੀ ਰਾਏ ਦੀ ਜ਼ਰੂਰਤ ਹੈ ਜੋ ਕਿ ਦੂਜੀਆਂ ਗੱਲਾਂ ਵਾਸਤੇ ਹੁੰਦੀ ਹੈ। ਜੋ ਅਸਲੀ ਸਮੱਸਿਆ ਇੱਥੇ ਹੈ ਉਹ ਬਹੁਤ ਸੌਖੀ ਹੈ ਅਤੇ ਇਸ ਲਈ ਮੂਲ ਰੂਪ ਵਿੱਚ ਤੁਸੀਂ ਆਪ ਹੀ ਇਸ ਬਾਰੇ ਸੋਚ ਸਕਦੇ ਹੋ। ਯਿਸੂ ਇੱਥੇ ਇਹ ਦੱਸਣ ਜਾ ਰਿਹਾ ਹੈ ਕਿ ਤੁਸੀਂ ਕ੍ਰੋਧ ਦਾ ਸਾਹਮਣਾ ਕਿਸ ਤਰ੍ਹਾਂ ਕਰੋ। ਯਾਦ ਕਰੋ, ਹੁਣੇ ਹੀ ਯਿਸੂ ਨੇ ਆਖਿਆ ਸੀ ਕ੍ਰੋਧ ਹੀ ਹੱਤਿਆ ਦਾ ਕਾਰਨ ਹੈ ਔਰ ਉਹ ਬੀਜ ਹੈ। ਜੇ ਤੁਸੀਂ ਇਸ ਦਾ ਸਾਹਮਣਾ ਨਹੀਂ ਕਰਦੇ ਤਾਂ ਤੁਸੀਂ ਨਿਆਂ ਦੇ ਅੰਦਰ ਹੀ ਠਹਿਰੇ ਰਹਿੰਦੇ ਹੋ। ਮੈਂ ਸਮੱਸਿਆ ਦੇ ਬਾਰੇ ਇੰਨਾ ਜਾਣਦਾ ਹਾਂ ਕਿ ਇਨਸਾਨ ਦੀ ਨਜ਼ਰ ਵਿੱਚ ਉਸ ਦਾ ਅਧਿਕਾਰ ਹੈ। ਇਹ ਸਮੱਸਿਆ ਹੈ। ਕੁਝ ਪਤਨੀਆਂ ਗਾਲਾਂ ਕੱਢਦੀਆਂ ਹਨ, ਕੁਝ ਬੱਚੇ ਜੋ ਜ਼ੁਬਾਨ ਹੋ ਰਹੇ ਹੁੰਦੇ ਹਨ ਉਹ ਗਾਲਾਂ ਕੱਢਣੀਆਂ ਸਿੱਖ ਲੈਂਦੇ ਹਨ। ਇਹ ਗੱਲਾਂ ਤੁਹਾਨੂੰ ਬਹੁਤ ਕ੍ਰੋਧਿਤ ਕਰ ਦਿੰਦੀਆਂ ਹਨ। ਜਦ ਤੁਸੀਂ ਇਹਨਾਂ ਦੇ ਬਾਰੇ ਸੁਣਦੇ ਹੋ ਤਾਂ ਤੁਸੀਂ ਕ੍ਰੋਧ ਨਾਲ ਭਰ ਜਾਂਦੇ ਹੋ। ਸ਼ਾਇਦ ਕੋਈ ਵੀ ਨਹੀਂ ਜੋ ਇਸ ਨਿਯਮ ਤੋਂ ਅੱਡ ਹੋਵੇ, ਕੋਈ ਵੀ ਇੱਕ ਵੀ ਨਹੀਂ ਜੋ ਧਰਮ ਸ਼ਾਸਤਰ ਦਾ ਇਹ ਲੇਖ ਪੜ੍ਹੇ ਅਤੇ ਕਹੇ ਇਹ ਨਿਯਮ ਉਹਨਾਂ ਚੀਜ਼ਾਂ ਤੇ ਲਾਗੂ ਹੁੰਦਾ ਹੈ ਜਿਹੜੀਆਂ ਕਦੇ-ਕਦੇ ਘਟਦੀਆਂ ਹਨ। ਪਰ ਜੇ ਤੁਸੀਂ ਜਾਣਨਾ ਚਾਹੋ ਕਿ ਮੇਰੇ ਅੰਦਰ ਕੀ ਹੋ ਰਿਹਾ ਹੈ, ਨਹੀਂ, ਇਹ ਹਰੇਕ ਤੇ ਲਾਗੂ ਹੁੰਦਾ ਹੈ ਜੋ ਸੁਣਦਾ ਹੈ ਅਤੇ ਮੰਨਦਾ ਹੈ। ਭਾਗ ਊੜਾ, ਗਲਤੀ ਯਾਦ ਰੱਖਣਾ। ਸਭ ਤੋਂ ਪਹਿਲਾਂ ਯਿਸੂ ਗਲਤੀ ਯਾਦ ਰੱਖਣ ਲਈ ਗੱਲਬਾਤ ਕਰਦਾ ਹੈ। ਉਹ ਆਖਦਾ ਹੈ ਤੁਸੀਂ ਆਪਣੀ ਭੇਟ ਬੇਦੀ ਕੋਲ ਲਿਆਉਂਦੇ ਹੋ। ਇਸ ਦਾ ਮੂਲ ਕਾਰਨ ਹੈ ਤੁਸੀਂ ਇਹ ਬੰਦਗੀ ਲਈ ਕਰਦੇ ਹੋ। ਜੇ ਤੁਸੀਂ ਉੱਥੇ ਕੋਈ ਐਸੀ ਚੀਜ਼ ਮਹਿਸੂਸ ਕਰੋ ਜੋ ਤੁਹਾਨੂੰ ਪਰੇਸ਼ਾਨ ਕਰ ਰਹੀ ਹੈ, ਕਿ ਸਾਡੇ ਨਾਲ ਇਸੇ ਤਰ੍ਹਾਂ ਨਹੀਂ ਹੁੰਦਾ? ਯਿਸੂ ਆਖਦਾ ਹੈ ਕਈ ਵਾਰ ਤੁਸੀਂ ਇਸ ਤਰ੍ਹਾਂ ਹੀ ਮਹਿਸੂਸ ਕਰਦੇ ਹੋ। ਕਈ ਵਾਰ ਚਰਚ ਦੇ ਅੰਦਰ ਹੀ ਸਾਨੂੰ ਕਿਸੇ ਨਾਲ ਬਦਲਾ ਲੈਣ ਦਾ ਜਾਂ ਗਿਲਾ ਸ਼ਿਕਵਾ ਕਰਨ ਦਾ ਖਿਆਲ ਆਉਂਦਾ ਹੈ। ਇਹ ਸਭ ਤੁਹਾਨੂੰ ਭਗਤੀ ਦੇ ਆਨੰਦ ਨੂੰ ਲੈਣ ਤੋਂ ਰੋਕਦਾ ਹੈ। ਇਹ ਗੱਲ ਜੋ ਮੈਂ ਲੋਕਾਂ ਨੂੰ ਦੱਸਣਾ ਚਾਹੁੰਦਾ ਹਾਂ ਜਿਹੜੇ ਆਪਣੇ ਕ੍ਰੋਧ ਵਿੱਚ ਅਤੇ ਮਾਫ ਨਾ ਕਰਨ ਦੇ ਵਿਚਾਰਾਂ ਵਿੱਚ ਹਨ, ਉਹ ਇਸ ਤੋਂ ਛੁਟਕਾਰਾ ਪਾ ਲੈਣ। ਮੈਨੂੰ ਯਾਦ ਹੈ ਇੱਕ ਪੁਰਾਣੀ ਪਿਕਚਰ ਜੋ ਅਸੀਂ ਹਰ ਸ਼ਨੀਵਾਰ ਵੇਖਦੇ ਸੀ। ਉਹ ਇੱਕ ਚੀਜ਼ ਦਾ ਇਸਤੇਮਾਲ ਕਰਦੇ ਸੀ ਜਿਸ ਨੂੰ ਮੂਲ ਸਿਧਾਂਤ ਦਾ ਚੋਗਾ ਆਖਦੇ ਸੀ। ਇੱਕ ਛੋਟੀ ਕਹਾਣੀ ਵਿੱਚ ਦੋ ਵਿਅਕਤੀ ਹਨ ਜੋ ਕੈਦ ਵਿੱਚ ਹਨ। ਦੋਵੇਂ ਜਨ ਆਪਸ ਵਿੱਚ ਗਿੱਟਿਆਂ ਨਾਲ ਬੰਨੇ ਹੋਏ ਸਨ। ਦੋਹਾਂ ਨੇ ਕੈਦ ਤੋਂ ਛੁਟਕਾਰਾ ਪਾਉਣ ਦਾ ਯਤਨ ਕੀਤਾ। ਕਿਸੇ ਤਰੀਕੇ ਨਾਲ ਕੈਦ ਤੋਂ ਆਜ਼ਾਦੀ ਪਾ ਕੇ ਖੁਸ਼ ਸਨ, ਪਰ ਉਹ ਨੱਠ ਨਹੀਂ ਸਕਦੇ ਕਿਉਂ ਜੋ ਉਹਨਾਂ ਨੂੰ ਕਦਮ ਨਾਲ ਕਦਮ ਮਿਲਾ ਕੇ ਹੀ ਤੁਰਨਾ ਪੈਂਦਾ ਸੀ, ਕਿਉਂ ਜੋ ਉਹਨਾਂ ਦੇ ਪੈਰਾਂ ਵਿੱਚ ਬੇੜੀ ਪਾਈ ਹੋਈ ਸੀ। ਇਸ ਲਈ ਉਹ ਬਹੁਤ ਦੂਰ ਤੱਕ ਨਾ ਜਾ ਸਕੇ ਅਤੇ ਜਲਦੀ ਹੀ ਪਕੜੇ ਗਏ। ਉਹਨਾਂ ਨੂੰ ਫਿਰ ਕੈਦ ਵਿੱਚ ਪਾ ਦਿੱਤਾ ਗਿਆ। ਕ੍ਰੋਧ ਵੀ ਸਾਡੀ ਜ਼ਿੰਦਗੀ 'ਚ ਇਸੇ ਤਰ੍ਹਾਂ ਕਰਦਾ ਹੈ। ਜਦ ਤੁਸੀਂ ਆਪਣੇ ਭਰਾ ਦੇ ਮਾਮਲੇ ਵਿੱਚ ਆਪਣੇ ਘਮੰਡ ਦੇ ਕਾਰਨ ਸਾਹਮਣਾ ਨਹੀਂ ਕਰਦੇ ਜਾਂ ਨਹੀਂ ਸਮਝਦੇ ਕਿ ਕੀ ਕਰੀਏ, ਤੁਸੀਂ ਇਸ ਸਮੱਸਿਆ ਤੋਂ ਛੁਟਕਾਰਾ ਨਹੀਂ ਪਾ ਸਕਦੇ। ਤੁਸੀਂ ਜੰਜੀਰ ਨਾਲ ਬੰਧੇ ਹੋਏ ਹੋ। ਇਸ ਤੋਂ ਆਜ਼ਾਦੀ ਪਾਉਣ ਦਾ ਇੱਕ ਹੀ ਤਰੀਕਾ ਹੈ ਜੋ ਯਿਸੂ ਸ਼ਾਸਤਰ ਦੇ ਲੇਖ ਵਿੱਚ ਦੱਸਦਾ ਹੈ। ਇਸ ਲਈ ਉਹ ਆਖਦਾ ਹੈ ਤੁਸੀਂ ਇਸ ਨੂੰ ਯਾਦ ਰੱਖੋ। ਇੱਕ ਲੇਖਕ ਨੇ ਇਸ ਤਰ੍ਹਾਂ ਕਿਹਾ ਹੈ, ਮਾਫ ਕਰਨ ਦਾ ਮਾਨਸਿਕ ਤਰੀਕਾ ਹੈ ਤੁਸੀਂ ਆਪਣੇ ਵਿਚਾਰਾਂ ਦੇ ਪ੍ਰਭਾਵ ਨੂੰ ਖਤਮ ਕਰ ਦਿਓ। ਮਾਫ ਨਾ ਕਰਨ ਦਾ ਅਰਥ ਹੈ ਆਪਣੀ ਪਿਛਲੀ ਨਾਰਾਜ਼ਗੀ ਨੂੰ ਕੈਦ ਕਰਕੇ ਰੱਖਣਾ ਜੋ ਤੁਹਾਨੂੰ ਆਪਣੀ ਜ਼ਿੰਦਗੀ ਵਿੱਚ ਨਵੇਂ ਕੰਮ ਕਰਨ ਤੋਂ ਰੋਕਦੀ ਹੈ। ਮਾਫ ਨਾ ਕਰਨ ਦਾ ਅਰਥ ਹੈ ਆਪਣੇ ਉੱਤੇ ਕਿਸੇ ਚੀਜ਼ ਨੂੰ ਸ਼ਾਸਨ ਕਰਨ ਦੇਣਾ। ਜੋ ਕੋਈ ਮਾਫ ਨਹੀਂ ਕਰਦਾ ਤਾਂ ਕਿ ਕੋਈ ਚੀਜ਼ ਉਸ ਤੇ ਸ਼ਾਸਨ ਕਰੇ ਅਤੇ ਉਹ ਅਤਿਆਚਾਰ ਜਾਂ ਬਦਲਾ ਲੈਣ ਦੇ ਵਿਚਾਰਾਂ ਵਿੱਚ ਕੈਦ ਹੈ। ਉਸ ਦਾ ਹੁਣ ਦਾ ਜੀਵਨ ਦੱਬਿਆ ਹੋਇਆ ਹੈ ਅਤੇ ਪਿਛਲੀਆਂ ਗੱਲਾਂ ਨੂੰ ਉਸ ਨੂੰ ਨਸ਼ਟ ਕਰਨਾ ਚਾਹੀਦਾ ਹੈ। ਮਾਫੀ ਇਸ ਤਰ੍ਹਾਂ ਆਜ਼ਾਦ ਕਰ ਦਿੰਦੀ ਹੈ ਜਿਸ ਤਰ੍ਹਾਂ ਕਿਸੇ ਚੀਜ਼ ਵਿੱਚੋਂ ਅਰਕ ਕੱਢ ਲਿਆ ਗਿਆ ਹੈ। ਮਾਫੀ ਹਥਿਆਰ ਵਾਂਗੂ ਨਜ਼ਰ ਤਾਂ ਨਹੀਂ ਆਉਂਦੀ, ਪਰ ਅੱਜ ਦੇ ਬੁਰੇ ਸੰਸਾਰ ਵਿੱਚ ਅਸੀਂ ਇਸ ਨੂੰ ਹਥਿਆਰ ਵਾਂਗੂ ਇਸਤੇਮਾਲ ਕਰ ਸਕਦੇ ਹਾਂ। ਮੇਰਾ ਇੱਕ ਦੋਸਤ ਜਿਸ ਨੂੰ ਮੈਂ ਮੌਕਾ ਦਿੱਤਾ ਕਿ ਉਹ ਮਸੀਹ ਨੂੰ ਜਿੱਤ ਲਵੇ, ਉਹ ਚਰਚ ਵਿੱਚ ਕਿਸੇ ਕਾਰਨ ਨਾਰਾਜ਼ ਹੋ ਕੇ ਵਿਗੜ ਚੁੱਕਾ ਸੀ। ਚਰਚ ਵਿੱਚ ਕਈ ਐਸੀ ਨਾਰਾਜ਼ਗੀ ਕਰਨ ਵਾਲਿਆਂ ਲਈ ਗੱਲਾਂ ਹੁੰਦੀਆਂ ਹਨ ਜਿਨ੍ਹਾਂ ਨੂੰ ਮੈਂ ਯਾਦ ਨਹੀਂ ਰੱਖ ਸਕਦਾ। ਤੁਸੀਂ ਕਈ ਐਸੀਆਂ ਗੱਲਾਂ ਨੂੰ ਗਿਣ ਸਕਦੇ ਹੋ ਜੋ ਵੀ ਚਰਚ ਵਿੱਚ ਗਲਤ ਹੈ, ਜਿਸ ਦੇ ਕਾਰਨ ਕਲੀਸਿਆ ਵਿੱਚ ਵਿਗਾੜ ਆਉਂਦਾ ਹੈ। ਤਾਂ ਇਸ ਵਿਗਾੜ ਦਾ ਦੋਸ਼ ਉਪਦੇਸ਼ਕ ਉੱਤੇ ਜਾਂਦਾ ਹੈ, ਕਿਉਂ ਜੋ ਉਹ ਕਲੀਸਿਆ ਨੂੰ ਸਿਖਾਉਂਦਾ ਹੈ ਅਤੇ ਕਲੀਸਿਆ ਦਾ ਮੁਖੀਆ ਹੁੰਦਾ ਹੈ। ਮੈਂ ਹਮੇਸ਼ਾ ਆਖਦਾ ਹਾਂ ਕਿ ਇਹ ਸੱਚ ਹੈ ਕਿ ਪਾਸਟਰ ਆਪਣੇ ਅੱਛੇ ਕੰਮਾਂ ਲਈ ਸਰਾਹਿਆ ਜਾਂਦਾ ਹੈ ਅਤੇ ਜੋ ਬੁਰੀਆਂ ਚੀਜ਼ਾਂ ਹੁੰਦੀਆਂ ਹਨ ਉਹਨਾਂ ਲਈ ਵੀ ਉਸ ਉੱਪਰ ਬਹੁਤ ਦੋਸ਼
ਲਗਾਇਆ ਜਾਂਦਾ ਹੈ, ਜਦ ਕਿ ਉਹ ਇਸ ਦਾ ਕਾਰਨ ਨਹੀਂ ਹੁੰਦਾ। ਪਰ ਇਹ ਤੁਹਾਡੇ ਉੱਤੇ ਨਿਰਭਰ ਕਰਦਾ ਹੈ, ਤੁਸੀਂ ਇਸ ਨੂੰ ਕਿਸ ਤਰ੍ਹਾਂ ਲੈਂਦੇ ਹੋ। ਇਹ ਵਿਅਕਤੀ ਮੈਨੂੰ ਨਾਰਾਜ਼ਗੀ ਨਾਲ ਵੇਖਣ ਲੱਗ ਪਿਆ। ਮੈਂ ਦੱਸਣਾ ਚਾਹੁੰਦਾ ਹਾਂ, ਜਦ ਮੈਂ ਇਸ ਵਿਅਕਤੀ ਨੂੰ ਆਪਣੇ ਆਪ ਵਿੱਚ ਨਹੀਂ ਵੇਖਿਆ, ਮੈਨੂੰ ਬਹੁਤ ਦੁੱਖ ਲੱਗਾ। ਮੈਂ ਨਹੀਂ ਜਾਣਦਾ ਕਿ ਉਸ ਨੂੰ ਮੇਰੇ ਨਾਲ ਈਰਖਾ ਸੀ। ਜਦ ਮੈਂ ਇਤਵਾਰ ਨੂੰ ਚਰਚ ਗਿਆ, ਮੈਂ ਆਪਣੀ ਜਗ੍ਹਾ ਤੇ ਬੈਠ ਗਿਆ ਅਤੇ ਜਿਸ ਤਰ੍ਹਾਂ ਹੀ ਮੈਂ ਬੈਠਾ, ਜੋ ਪਹਿਲੀ ਚੀਜ਼ ਮੈਂ ਕੀਤੀ ਉਹ ਇਹ ਸੀ, ਉਸ ਨੂੰ ਲੱਭਣਾ। ਕਿਉਂ? ਚਰਚ ਵਿੱਚ ਤਾਂ ਬਹੁਤ ਸਾਰੇ ਵਿਅਕਤੀ ਹਨ। ਮੈਂ ਉਸ ਨੂੰ ਲੱਭਣ ਦੀ ਕੋਸ਼ਿਸ਼ ਕਿਉਂ ਕਰ ਰਿਹਾ ਸੀ? ਮੈਂ ਉਸ ਨਾਲ ਜੰਜੀਰ ਦੇ ਦੁਆਰਾ ਬੰਨ੍ਹਿਆ ਹੋਇਆ ਸੀ। ਮੈਂ ਉਸ ਤੋਂ ਛੁਟਕਾਰਾ ਨਹੀਂ ਸੀ ਪਾ ਸਕਦਾ। ਉਸ ਨੂੰ ਲੱਭਣ ਦੀ ਮੈਨੂੰ ਜ਼ਰੂਰਤ ਸੀ, ਕਿਉਂਕਿ ਮੈਂ ਜਾਣਦਾ ਸੀ ਕਿ ਸਾਡੇ ਦੋਵਾਂ ਵਿੱਚ ਗਿਲਾ ਸ਼ਿਕਵਾ ਸੀ, ਜਿਸ ਦਾ ਨਿਬੇੜਾ ਨਹੀਂ ਹੋਇਆ ਸੀ, ਅਤੇ ਇਸ ਲਈ ਉਸ ਆਦਮੀ ਦੀ ਜ਼ਰੂਰਤ ਸੀ। ਇੱਕ ਅਨੋਖੀ ਗੱਲ ਹੈ, ਅਸੀਂ ਸਭਨਾਂ ਨੇ ਆਪਣੇ ਜੀਵਨ ਵਿੱਚ ਇਸ ਤਰ੍ਹਾਂ ਦਾ ਅਹਿਸਾਸ ਕੀਤਾ ਹੋਵੇਗਾ। ਯਿਸੂ ਆਖਦਾ ਹੈ, ਤੁਸੀਂ ਉੱਥੇ ਹੋ ਅਤੇ ਤੁਹਾਨੂੰ ਗਿਲਾ ਸ਼ਿਕਵਾ ਯਾਦ ਹੈ। ਤੁਸੀਂ ਇਹਨਾਂ ਤੱਕ ਯਾਦ ਰੱਖੋ ਜਦ ਤੱਕ ਤੁਸੀਂ ਇਸ ਦਾ ਸਾਹਮਣਾ ਨਾ ਕਰ ਲਵੋ। ਭਾਗ ਐੜਾ, ਭਗਤੀ ਦਾ ਇਨਕਾਰ। ਤਦ ਉਹ ਆਖਦਾ ਹੈ, ਜਿਸ ਤਰ੍ਹਾਂ ਹੀ ਤੁਸੀਂ ਗਿਲਾ ਸ਼ਿਕਵਾ ਯਾਦ ਕਰੋ, ਦੂਜੀ ਚੀਜ਼ ਹੈ ਤੁਸੀਂ ਭਗਤੀ ਦਾ ਇਨਕਾਰ ਕਰੋ। ਸੱਚਮੁੱਚ ਇਹ ਔਖਾ ਕੰਮ ਹੈ। ਇਸ ਦੇ ਸੰਦੇਸ਼ ਵਿੱਚ 2 ਵਾਰ ਯਿਸੂ ਆਖਦਾ ਹੈ, ਤੂੰ ਆਪਣੀ ਭੇਟ ਬੇਦੀ ਤੇ ਲਿਆਏ, ਇਸ ਨੂੰ ਛੱਡ ਕੇ ਇਸ ਨੂੰ ਨਾ ਚੜਾ, ਚਰਚ ਤੋਂ ਬਾਹਰ ਚਲਾ ਜਾ ਕੇ ਉਸ ਆਦਮੀ ਨੂੰ ਲੱਭ ਜਿਸ ਦੇ ਪ੍ਰਤੀ ਤੈਨੂੰ ਗਿਲਾ ਸ਼ਿਕਵਾ ਹੈ, ਜਾਂ ਉਸ ਨੂੰ ਤੇਰੇ ਨਾਲ। ਪਹਿਲਾਂ ਇਸ ਨੂੰ ਸੁਲਝਾ ਅਤੇ ਵਾਪਸ ਆ ਕੇ ਭਗਤੀ ਕਰ। ਕੀ ਤੁਸੀਂ ਸਮਝ ਸਕਦੇ ਹੋ ਕਿ ਪ੍ਰਭੂ ਲਈ ਇਹ ਕਿੰਨਾ ਮਹੱਤਵਪੂਰਨ ਸੀ? ਪ੍ਰਭੂ ਨੇ ਕਿਹਾ, ਇਹ ਇੰਨਾ ਮਹੱਤਵਪੂਰਨ ਸੀ ਕਿ ਭਗਤੀ ਤੋਂ ਜ਼ਿਆਦਾ ਮਹੱਤਵਪੂਰਨ ਇਹ ਭਗਤੀ ਤੋਂ ਮਹੱਤਵਪੂਰਨ ਇਸ ਲਈ ਸੀ ਕਿਉਂਕਿ ਭਗਤੀ ਵਰਗੀ ਕੋਈ ਚੀਜ਼ ਹੈ ਹੀ ਨਹੀਂ। ਜੇ ਤੁਸੀਂ ਇਸ ਨੂੰ ਸਾਫ਼ ਹੱਥਾਂ ਨਾਲ, ਸਾਫ਼ ਦਿਲ ਨਾਲ, ਬਿਨਾਂ ਕਿਸੇ ਦੇ ਪ੍ਰਤੀ ਈਰਖਾ ਰੱਖਦੇ ਹੋ ਕਰੋ। ਇਹ ਸੱਚ ਹੈ ਕਿ ਤੁਸੀਂ ਆਪਣੇ ਦਿਲ ਭਗਤੀ ਲਈ ਨਹੀਂ ਖੋਲ ਸਕਦੇ। ਇਸ ਹਫ਼ਤੇ ਆਪਣੇ ਇੱਕ ਦੋਸਤ ਨਾਲ ਇਸ ਬਾਰੇ ਵਾਰਤਾਲਾਪ ਕੀਤੀ। ਇੱਕ ਭਿਆਨਕ ਚੀਜ਼ ਹੈ ਚਰਚ ਵਿੱਚ ਕਠੋਰ ਦਿਲ ਨਾਲ ਆਉਣਾ ਅਤੇ ਭਗਤੀ ਦਾ ਆਨੰਦ ਲੈ ਸਕਣ, ਕਿਉਂ ਜੋ ਕਈ ਚੀਜ਼ਾਂ ਤਾਂ ਹੱਲ ਨਹੀਂ ਹੋ ਸਕੀਆਂ। ਇੱਕ ਹੀ ਤਰੀਕਾ ਹੈ ਭਗਤੀ ਤੋਂ ਪਹਿਲਾਂ ਮਨ ਮਟਾਓ ਤੋਂ ਛੁਟਕਾਰਾ ਪਾਉਣਾ। ਭਾਗ ਸੱਸਾ, ਆਪਣੇ ਭਰਾ ਨਾਲ ਮੇਲ ਮਿਲਾਪ। ਤਦ ਉਹ ਤੀਜੀ ਚੀਜ਼ ਆਖਦਾ ਹੈ, ਤੂੰ ਆਪਣੇ ਭਰਾ ਨਾਲ ਮੇਲ ਮਿਲਾਪ ਕਰ। ਤੁਸੀਂ ਇਹ ਕਿਸ ਤਰ੍ਹਾਂ ਕਰ ਸਕਦੇ ਹੋ? ਬੜੀ ਮੁਸ਼ਕਿਲ ਨਾਲ ਅਤੇ ਬੜੇ ਹੌਸਲੇ ਨਾਲ। ਸ਼ਾਇਦ ਇਸ ਸੰਸਾਰ ਦੀ ਸਭ ਤੋਂ ਕਠੋਰ ਚੀਜ਼ ਹੈ। ਕਿਸੇ ਨੇ ਨਹੀਂ ਆਖਿਆ ਕਿ ਇਹ ਆਸਾਨ ਹੈ। ਇਸ ਉੱਪਰ ਪੌਲੁਸ ਆਪਣੇ ਮਹਾਨ ਵਿਚਾਰ ਪ੍ਰਗਟ ਕਰਦਾ ਹੈ। ਰੋਮੀਓ 12 ਅਧਿਆਇ 9 ਵਚਨ ਤੋਂ ਲੈ ਕੇ 21 ਵਚਨ ਤੱਕ। ਵਚਨ 9, ਪ੍ਰੇਮ ਨਿਸ਼ਕਪਟ ਹੋਵੇ, ਬੁਰਾਈ ਤੋਂ ਸੂਹ ਕਰੋ, ਭਲਾਈ ਨਾਲ ਮਿਲੇ ਰਹੋ। ਐ 10, ਭਰਪਣ ਦੇ ਪ੍ਰੇਮ ਵਿੱਚ ਇੱਕ ਦੂਜੇ ਨਾਲ ਗੂੜਾ ਹਿੱਤ ਰੱਖੋ, ਆਦਰ ਵਿੱਚ ਦੂਏ ਨੂੰ ਚੰਗਾ ਸਮਝੋ। 11, ਮਿਹਨਤ ਵਿੱਚ ਢਿੱਲੇ ਨਾ ਹੋਵੋ, ਆਤਮਾ ਵਿੱਚ ਸਰਗਰਮ ਰਹੋ, ਪ੍ਰਭੂ ਦੀ ਸੇਵਾ ਕਰਿਆ ਕਰੋ। 12, ਆਸਾਂ ਵਿੱਚ ਆਨੰਦ ਅਤੇ ਬਿਪਤਾ ਵਿੱਚ ਧੀਰਜ ਕਰੋ, ਪ੍ਰਾਰਥਨਾ ਲਗਾਤਾਰ ਕਰਦੇ ਰਹੋ। 13, ਸੰਤਾਂ ਦੀਆਂ ਲੋੜਾਂ ਦੇ ਸਾਂਝੀ ਬਣੋ, ਪ੍ਰਾਹੁਣਚਾਰੀ ਪੁੱਜ ਕੇ ਕਰੋ। 14, ਆਪਣੇ ਦੁਖੀਆਂ ਨੂੰ ਅਸ਼ੀਸ਼ ਦਿਓ, ਫਿਟਕਾਰੋ ਨਾ। 15, ਆਨੰਦ ਕਰਨ ਵਾਲਿਆਂ ਨਾਲ ਆਨੰਦ ਕਰੋ, ਰੋਣ ਵਾਲਿਆਂ ਨਾਲ ਰੋਵੋ। 16, ਆਪੋ ਵਿੱਚ ਇੱਕ ਮਨ ਹੋਵੋ, ਉੱਚੀਆਂ ਗੱਲਾਂ ਉੱਤੇ ਮਨ ਨਾ ਲਗਾਓ, ਪਰ ਨੀਵਿਆਂ ਨਾਲ ਮਿਲੇ ਰਹੋ। ਆਪਣੀ ਜਾਂਚ ਵਿੱਚ ਸਿਆਣੇ ਨਾ ਬਣੋ। 17, ਬੁਰਾਈ ਦੇ ਬੱਟੇ ਕਿਸੇ ਨਾਲ ਬੁਰਾਈ ਨਾ ਕਰੋ, ਜਿਹੜੀਆਂ ਗੱਲਾਂ ਸਾਰੇ ਮਨੁੱਖਾਂ ਦੇ ਭਾਣੇ ਚੰਗੀਆਂ ਹਨ ਉਹਨਾਂ ਦੇ ਧਿਆਨ ਕਰੋ। 18, ਜੇ ਹੋ ਸਕੇ ਤਾਂ ਆਪਣੀ ਵਾਹ ਲਗਾਉਂਦੇ ਸਾਰੇ ਮਨੁੱਖਾਂ ਦੇ ਨਾਲ ਮੇਲ ਰੱਖੋ। 19, ਹੇ ਪਿਆਰਿਓ, ਆਪਣਾ ਬਦਲਾ ਨਾ ਲਓ, ਪਰ ਕ੍ਰੋਧ ਨੂੰ ਜਾਣ ਦਿਓ, ਕਿਉਂ ਜੋ ਲਿਖਿਆ ਹੈ ਕਿ ਪ੍ਰਭੂ ਆਖਦਾ ਹੈ, ਭਾਈ ਬਦਲਾ ਲੈਣਾ ਮੇਰਾ ਕੰਮ ਹੈ, ਮੈਂ ਹੀ ਬੱਟਾ ਲਵਾਂਗਾ। 20, ਪਰ ਜੋ ਤੇਰਾ ਵੈਰੀ ਭੁੱਖਾ ਹੋਵੇ ਤਾਂ ਉਹਨੂੰ ਖਵਾ, ਜੇ ਧਿਆਇਆ ਹੋਵੇ ਤਾਂ ਉਹਨੂੰ ਪਿਆ, ਕਿਉਂ ਜੋ ਇਹ ਕਰਕੇ ਤੂੰ ਉਹਦੇ ਸਿਰ ਉੱਤੇ ਅੱਗ ਦੇ ਅੰਗਿਆਰਿਆਂ ਦਾ ਢੇਰ ਲਗਾਵੇਂਗਾ। 21, ਬੁਰਾਈ ਤੋਂ ਨਾ ਹਾਰ, ਸਗੋਂ ਭਲਾਈ ਦੇ ਨਾਲ ਬੁਰਾਈ ਨੂੰ ਜਿੱਤ ਲੈ। ਜੇ ਤੂੰ ਕਿਸੇ ਆਦਮੀ ਕੋਲ ਆਪਣੀ ਇੱਕ ਸਮੱਸਿਆ ਲੈ ਕੇ ਜਾਏ ਅਤੇ ਮੇਲ ਮਿਲਾਪ ਕਰਨ ਦੀ ਕੋਸ਼ਿਸ਼ ਕਰੇ ਅਤੇ ਉਹ ਇਸ ਨੂੰ ਸਵੀਕਾਰ ਨਾ ਕਰੇ, ਤਾਂ ਫਿਰ ਸਾਡੇ ਨਾਲ ਕਈ ਵਾਰ ਇਸ ਤਰ੍ਹਾਂ ਹੁੰਦਾ ਹੈ। ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਇਹ ਚੀਜ਼ਾਂ ਠੀਕ ਹੋ ਜਾਣ, ਪਰ ਉਹ ਸਾਡੀ ਨਹੀਂ ਸੁਣਦੇ। ਕੀ ਤੁਸੀਂ ਸੁਣਿਆ ਹੈ ਕਿ ਰੋਮੀਓ ਦੀ ਕਲੀਸਿਆ ਨੂੰ ਕੀ ਕਿਹਾ ਗਿਆ ਹੈ? ਜੇ ਹੋ ਸਕੇ ਤਾਂ ਆਪਣੇ ਹੀ ਬਾਹ ਲਗਾਉਂਦੇ ਸਾਰੇ ਮਨੁੱਖਾਂ ਦੇ ਨਾਲ ਮੇਲ ਰੱਖੋ। ਜੋ ਵੀ ਹੋ ਸਕੇ ਉਹ ਕਰੋ ਅਤੇ ਹੁਣ ਪਰਮੇਸ਼ਰ ਉੱਤੇ ਅਤੇ ਉਸ ਮਨੁੱਖ ਉੱਤੇ ਛੱਡ ਦਿਓ। ਪਰ ਜੇ ਤੁਸੀਂ ਜੋ ਕਰ ਸਕਦੇ ਹੋ ਨਾ ਕਰੋ, ਤਾਂ ਤੁਹਾਨੂੰ ਉਹ ਅਜੇ ਵੀ ਕਰਨ ਦੀ ਜ਼ਰੂਰਤ ਹੈ। ਉੱਤਰ ਲਈ ਪਰੇਸ਼ਾਨ ਨਾ ਹੋਵੋ ਅਤੇ ਨਾ ਹੀ ਪ੍ਰਤੀਕਿਰਿਆ ਦੇ ਕਾਰਨ। ਬਸ ਆਪਣੇ ਕੰਮਾਂ ਲਈ ਪਰੇਸ਼ਾਨ ਰਹੋ।
ਤੁਸੀਂ ਇਹਦੇ ਜ਼ਿੰਮੇਵਾਰ ਨਹੀਂ ਕਿ ਉਹ ਕੀ ਉੱਤਰ ਦਿੰਦਾ ਹੈ, ਪਰ ਤੁਸੀਂ ਇਹ ਚੀਜ਼ ਦੇ ਜ਼ਿੰਮੇਵਾਰ ਹੋ ਕਿ ਤੁਸੀਂ ਕਿਸ ਤਰ੍ਹਾਂ ਆਗਿਆ ਮੰਨਦੇ ਹੋ। ਉਹ ਇਸ ਗੱਲ ਵਿੱਚ ਕਿੰਨੀ ਆਜ਼ਾਦੀ ਹੈ। ਉਸ ਚੋਟ ਨੂੰ ਯਾਦ ਰੱਖੋ, ਤੁਸੀਂ ਭਗਤੀ ਛੱਡ ਦਿਓ, ਤੁਸੀਂ ਆਪਣੇ ਭਰਾ ਨਾਲ ਮੇਲ ਮਿਲਾਪ ਕਰੋ। ਭਾਗ ਹਾਹਾ। ਤਦ ਚੌਥੀ ਗੱਲ, ਤੁਸੀਂ ਭਗਤੀ ਲਈ ਵਾਪਸ ਆਓ। ਤੁਸੀਂ ਜਾਣਦੇ ਹੋ ਇਹ ਕਿੰਨੀ ਖੁਸ਼ੀ ਦੀ ਗੱਲ ਹੋ ਸਕਦੀ ਹੈ ਜਦ ਤੁਸੀਂ ਸਭ ਕੁਝ ਨਿਬੇੜ ਕੇ ਭਗਤੀ ਲਈ ਵਾਪਸ ਆਉਂਦੇ ਹੋ। ਤੁਸੀਂ ਫਿਰ ਆਪਣੀ ਭੇਟ ਲੈ ਕੇ ਆਉਂਦੇ ਹੋ ਅਤੇ ਤੁਹਾਡੇ ਦਿਲ ਵਿੱਚ ਆਨੰਦ ਹੁੰਦਾ ਹੈ। ਜਿਸ ਤਰ੍ਹਾਂ ਹੀ ਮੇਰੇ ਜੀਵਨ ਦੇ ਦਿਨ ਅੱਗੇ ਵਧਦੇ ਹਨ, ਇਹ ਮੇਰੇ ਲਈ ਵਿਸ਼ੇਸ਼ ਹੁੰਦੇ ਹਨ ਅਤੇ ਹਰੇਕ ਦਿਨ ਮੇਰੇ ਲਈ ਤੋਹਫਾ ਹੁੰਦਾ ਹੈ। ਇਹ ਮੇਰੇ ਲਈ ਇੱਕ ਮਹੱਤਵਪੂਰਨ ਚੀਜ਼ ਹੈ ਜੋ ਪਰਮੇਸ਼ਰ ਨੇ ਸਾਨੂੰ ਦਿੱਤੀ ਹੈ। ਉਹ ਹੈ ਆਪਸੀ ਸੰਬੰਧ। ਜਦ ਤੁਸੀਂ ਕਿਸੇ ਮੁਸੀਬਤ ਵਿੱਚ ਜਾਂਦੇ ਹੋ ਤਾਂ ਜਿਹੜੀ ਚੀਜ਼ ਅੱਗੇ ਆਉਂਦੀ ਹੈ ਉਹ ਹੈ ਸੰਬੰਧ ਜਾਂ ਮਿੱਤਰਤਾ। ਪ੍ਰਭੂ ਯਿਸੂ ਇਸ ਨੂੰ ਜਾਣਦਾ ਸੀ। ਉਹ ਜਾਣਦਾ ਸੀ ਕਿ ਇਹ ਸਾਡੇ ਬਚਾਓ ਲਈ ਕਿੰਨਾ ਮਹੱਤਵਪੂਰਨ ਹੈ ਅਤੇ ਕਿੰਨਾ ਸਾਡੇ ਜੀਵਨ ਲਈ ਜ਼ਰੂਰੀ ਹੈ ਕਿ ਅਸੀਂ ਕਲੀਸਿਆ ਵਿੱਚ ਇਸ ਦੀ ਰੱਖਿਆ ਕਰੀਏ। ਆਓ ਇਸ ਦਾ ਸਾਹਮਣਾ ਕਰੀਏ। ਜਦ ਤੁਸੀਂ ਇੱਕ ਵੱਡੀ ਭੀੜ ਵਿੱਚ ਇਕੱਠੇ ਹੁੰਦੇ ਹੋ, ਤੁਹਾਨੂੰ ਕਈ ਤਰ੍ਹਾਂ ਦੇ ਲੋਕ ਮਿਲਦੇ ਹਨ ਜੋ ਹਮੇਸ਼ਾ ਹਰ ਚੀਜ਼ ਤੇ ਸਹਿਮਤ ਨਹੀਂ ਹੁੰਦੇ। ਭੀੜ ਵਿੱਚ ਸੁਭਾਵਨਾ ਹੁੰਦੀ ਹੈ, ਗਲਤ ਸੰਦੇਸ਼ ਹੋ ਸਕਦਾ ਹੈ ਜਾਂ ਕਈ ਵਾਰ ਅਸੀਂ ਸਮਝ ਨਹੀਂ ਸਕਦੇ ਜੇ ਅਸੀਂ ਸਹੀ ਸੰਬੰਧ ਦੀ ਸਹੀ ਤਰੀਕੇ ਨਾਲ ਪਾਲਣਾ ਨਹੀਂ ਕਰਦੇ, ਜਿਸ ਦੀ ਪਾਲਣਾ ਕਰਨ ਵਾਸਤੇ ਪ੍ਰਭੂ ਆਖਦਾ ਹੈ, ਸਭ ਲੋਕ ਜਾਣਗੇ ਕਿ ਤੁਸੀਂ ਮੇਰੇ ਚੇਲੇ ਹੋ ਜੋ ਇੱਕ ਦੂਜੇ ਨਾਲ ਪਿਆਰ ਕਰੋ। ਤਦ ਹਰੇਕ ਚੀਜ਼ ਦਾ ਰੂਪ ਵਿਗੜ ਜਾਏਗਾ ਤਾਂ ਉਹ ਗਲਤ ਆਕਾਰ ਲੈ ਲਵੇਗੀ। ਇਹ ਹਰੇਕ ਕਲੀਸਿਆ ਵਿੱਚ ਹੁੰਦਾ ਹੈ। ਇਹ ਹਰੇਕ ਉਸ ਜਗ੍ਹਾ ਤੇ ਹੁੰਦਾ ਹੈ ਜਿੱਥੇ ਲੋਕ ਇਕੱਠੇ ਹੁੰਦੇ ਹਨ। ਪਰ ਇਸ ਦਾ ਸਾਹਮਣਾ ਕਰਨ ਲਈ ਯਿਸੂ ਸਾਨੂੰ ਇੱਕ ਆਸਾਨ ਤਰੀਕਾ ਦੱਸਦਾ ਹੈ। ਜਦ ਤੁਸੀਂ ਦੇਖੋ ਕਿ ਇਹ ਜੋ ਕੁਝ ਗਲਤ ਹੈ, ਤੁਸੀਂ ਅੱਗੇ ਵਧੋ ਅਤੇ ਇਸ ਨੂੰ ਠੀਕ ਕਰੋ। ਨਿਚੋੜ। ਹੁਣ ਮੈਂ ਤੁਹਾਨੂੰ ਇਸ ਨਿਚੋੜ ਦੇ ਬਾਰੇ ਦੱਸਣਾ ਚਾਹੁੰਦਾ ਹਾਂ। ਨੰਬਰ 1, ਕੁਝ ਕਰਨ ਦਾ ਇਹ ਸਹੀ ਵਕਤ। ਕੋਈ ਵੀ ਇੱਕ ਵਿਅਕਤੀ ਆਖਦਾ ਹੈ, ਠੀਕ ਹੈ, ਮੈਂ ਇੰਤਜ਼ਾਰ ਕਰਦਾ ਹਾਂ ਜਦ ਤੱਕ ਮੈਂ ਇਸ ਨੂੰ ਹੱਲ ਨਹੀਂ ਕਰ ਲੈਂਦਾ। ਮੈਂ ਇਸ ਨੂੰ ਕਰ ਲਿਆ ਹੈ, ਮੈਂ ਅਜੇ ਤੱਕ ਤਿਆਰ ਨਹੀਂ ਹਾਂ। ਇਸ ਦੇ ਅਗਲੇ ਭਾਗ ਵਿੱਚ ਯਿਸੂ ਆਖਦਾ ਹੈ, ਆਪਣੇ ਵੈਰੀਆਂ ਨਾਲ ਝਟਪਟ ਸਹਿਮਤ ਹੋ ਜਾਓ। ਇੰਤਜ਼ਾਰ ਨਾ ਕਰੋ। ਜਿੰਨਾ ਜ਼ਿਆਦਾ ਇੰਤਜ਼ਾਰ ਕਰੋਗੇ, ਕਠੋਰਤਾ ਉਨੀ ਹੀ ਵੱਧਦੀ ਜਾਏਗੀ। ਤੁਸੀਂ ਸੋਚਦੇ ਹੋ ਬਾਅਦ ਵਿੱਚ ਇਹ ਆਸਾਨ ਹੋ ਜਾਵੇਗਾ? ਨਹੀਂ, ਇਹ ਬਾਅਦ ਵਿੱਚ ਆਸਾਨ ਨਹੀਂ ਹੋਵੇਗਾ। ਜੇ ਤੁਸੀਂ ਸ਼ੁਰੂ ਵਿੱਚ ਹੀ ਇਸ ਨੂੰ ਕਰਨ ਦਾ ਅਹਿਸਾਸ ਕਰ ਲਵੋ ਤਾਂ ਇਹ ਆਸਾਨ ਹੋਵੇਗਾ। ਅਤੇ ਦ੍ਰਿੜ ਇਰਾਦੇ ਨਾਲ ਆਗਿਆਕਾਰੀ ਬਣੋ ਅਤੇ ਆਖੋ, ਓਕੇ, ਮੈਂ ਇਸ ਨੂੰ ਅੱਜ ਹੀ ਕਰਨ ਜਾ ਰਿਹਾ ਹਾਂ। ਇਹੋ ਹੀ ਸਮੇਂ ਠੀਕ ਹੈ। ਇਫਸੀਆਂ ਦੀ ਕਿਤਾਬ ਆਖਦੀ ਹੈ, ਆਪਣੇ ਕ੍ਰੋਧ ਨੂੰ ਸੂਰਜ ਢਲਣ ਤੋਂ ਪਹਿਲਾਂ ਹੀ ਸ਼ਾਂਤ ਕਰ ਲਵੋ। ਇਸ ਨੂੰ ਜਾਂਚ ਦੇ 2 ਤਰੀਕੇ ਦੱਸਦਾ ਹੈ। ਪਹਿਲਾਂ, ਆਪਣੇ ਘਰ ਵਿੱਚ ਬੇਵਕੂਫਾਂ ਦੀ ਤਰ੍ਹਾਂ ਬਿਸਤਰ ਤੇ ਨਾ ਚਲੇ ਜਾਓ। ਇਸ ਦਾ ਮਤਲਬ ਇਹ ਨਹੀਂ ਕਿ ਰਾਤ ਨੂੰ ਇਸ ਤਰ੍ਹਾਂ ਹੀ ਸੁੱਤੇ ਰਹੋ। ਹਰੇਕ ਰਾਤ ਆਪਣੇ ਆਪ ਨੂੰ ਜਾਂਚਣ ਲਈ ਸੂਰਜ ਢਲਣ ਤੋਂ ਪਹਿਲਾਂ ਆਪਣੇ ਗੁੱਸੇ ਨੂੰ ਸ਼ਾਂਤ ਕਰ ਲਵੋ। ਤੁਹਾਨੂੰ ਜ਼ਰੂਰਤ ਹੈ ਕਿ ਇਸ ਨੂੰ ਠੀਕ ਕਰੋ। ਅਗਲੀ ਜਾਂਚ ਹਰੇਕ ਐਤਵਾਰ ਕਰੋ ਕਿ ਤੁਸੀਂ ਕਰਦੇ ਹੋ। ਜੇ ਤੁਹਾਡੇ ਮਨ ਵਿੱਚ ਕਿਸੇ ਦੇ ਪ੍ਰਤੀ ਕੁਝ ਹੈ ਤਾਂ ਤੁਸੀਂ ਆਰਾਧਨਾ ਕਰਨ ਨਾ ਜਾਓ। ਪਹਿਲਾਂ ਜਾ ਕੇ ਇਸ ਨੂੰ ਠੀਕ ਕਰੋ, ਫਿਰ ਆਰਾਧਨਾ ਕਰਨ ਲਈ ਆਓ। ਜੇ ਤੁਸੀਂ ਆਪਣੇ ਪਰਿਵਾਰ ਵਿੱਚ ਸੂਰਜ ਢਲਣ ਤੋਂ ਪਹਿਲਾਂ ਹਰ ਰੋਜ਼ ਟੁੱਟੇ ਸੰਬੰਧਾਂ ਦੀ ਜਾਂਚ ਕਰਦੇ ਹੋ ਅਤੇ ਕਲੀਸਿਆ ਲਈ ਹਰੇਕ ਐਤਵਾਰ ਨੂੰ ਜਾਂਚ ਕਰਦੇ ਹੋ, ਸਾਡੇ ਕੋਲ ਕਦੇ ਵੀ ਕੋਈ ਵੱਡੀ ਸਮੱਸਿਆ ਨਹੀਂ ਰਹਿ ਸਕਦੀ। ਕਿ ਹਮੇਸ਼ਾ ਇਹ ਠੀਕ ਸਮੇਂ ਨਹੀਂ ਹੈ? ਨੰਬਰ 2, ਇਹ ਤੁਹਾਡੇ ਤੇ ਨਿਰਭਰ ਹੈ। ਮੱਤੀ 5:22 ਵਚਨ ਵੱਲ ਵੇਖੋ। ਇਹ ਦੱਸਦੀ ਹੈ, ਮੈਂ ਤੁਹਾਨੂੰ ਆਖਦਾ ਹਾਂ, ਭਾਈ ਹਰੇਕ ਜੋ ਆਪਣੇ ਭਰਾ ਉੱਤੇ ਕ੍ਰੋਧ ਕਰੇ ਉਹ ਅਦਾਲਤ ਵਿੱਚ ਸਜ਼ਾ ਦੇ ਲਾਇਕ ਹੋਵੇਗਾ, ਅਤੇ ਜਿਹੜਾ ਆਪਣੇ ਭਰਾ ਨੂੰ ਗਾਲ ਦਵੇ ਉਹ ਮਹਾਸਭਾ ਵਿੱਚ ਸਜ਼ਾ ਦੇ ਲਾਇਕ ਹੋਵੇਗਾ। ਪਰ ਜਿਹੜਾ ਕਹੇ ਮੂਰਖਾ, ਉਹ ਅਗਨ ਦੇ ਨਰਕ ਦੀ ਸਜ਼ਾ ਦੇ ਲਾਇਕ ਹੋਵੇਗਾ। ਇਹ ਪਹਿਲੀ ਦਸ਼ਾ ਹੈ। ਤੁਸੀਂ ਆਪਣੇ ਭਰਾ ਨਾਲ ਕ੍ਰੋਧਿਤ ਹੋ। ਹੁਣ ਇਹ 23 ਵੇਖੋ। ਸੋ ਜੇ ਤੂੰ ਜਗਵੇਦੀ ਉੱਤੇ ਆਪਣੀ ਭੇਟ ਚੜਾਉਣ ਲੱਗੇ, ਉੱਥੇ ਤੈਨੂੰ ਚੇਤੇ ਆਵੇ ਜੋ ਮੈਂ ਆਪਣੇ ਭਰਾ ਨਾਲ ਖੋਟ ਕਮਾਇਆ ਹੈ, ਤਾਂ ਉੱਥੇ ਆਪਣੀ ਭੇਟ ਜਗਵੇਦੀ ਦੇ ਸਾਹਮਣੇ ਛੱਡ ਕੇ ਚਲਿਆ ਜਾ ਅਤੇ ਪਹਿਲਾਂ ਆਪਣੇ ਭਰਾ ਨਾਲ ਮੇਲ ਕਰ, ਪਿੱਛੋਂ ਆਣ ਕੇ ਆਪਣੀ ਭੇਟ ਚੜਾ। ਐਤ 22 ਦੱਸਦੀ ਹੈ ਕਿ ਤੁਸੀਂ ਆਪਣੇ ਭਰਾ ਨਾਲ ਕ੍ਰੋਧਿਤ ਹੋ। ਐਤ 24 ਦੱਸਦੀ ਹੈ, ਤੁਹਾਡਾ ਭਰਾ ਤੁਹਾਡੇ ਨਾਲ ਕ੍ਰੋਧਿਤ ਹੈ। ਤੁਹਾਨੂੰ ਕੀ ਕਰਨਾ ਹੈ? ਭਾਵੇਂ ਤੁਸੀਂ ਆਪਣੇ ਭਰਾ ਨਾਲ ਕ੍ਰੋਧਿਤ ਹੋ ਜਾਂ ਉਹ ਤੁਹਾਡੇ ਨਾਲ ਕ੍ਰੋਧਿਤ ਹੈ, ਇਹ ਹਮੇਸ਼ਾ ਤੁਹਾਡੀ ਹੀ ਵਾਰ ਹੈ। ਤੁਸੀਂ ਹੀ ਇਸ ਦੀ ਸ਼ੁਰੂਆਤ ਕਰੋ। ਮੈਂ ਜਾਣਦਾ ਹਾਂ ਪਰਿਵਾਰ ਵਿੱਚ ਅਤੇ ਪਤੀ ਪਤਨੀ ਵਿੱਚ ਅਤੇ ਕਲੀਸਿਆ ਵਿੱਚ ਇਹ ਕਿਸ ਤਰ੍ਹਾਂ ਕੰਮ ਕਰਦਾ ਹੈ। ਮੈਂ ਹੀ ਉਹ ਹਾਂ ਜੋ ਇੰਜ ਕਰਦਾ ਹਾਂ। ਮੈਂ ਹਮੇਸ਼ਾ ਹੀ ਮਾਫੀ ਮੰਗਣ ਦੀ ਪਹਿਲ ਕਰਦਾ ਹਾਂ। ਮੈਂ ਪਿਛਲੇ ਸਮੇਂ ਇੰਜ ਕੀਤਾ ਅਤੇ ਹੁਣ ਮੈਂ ਇਸ ਵਾਰ ਨਹੀਂ ਕਰਾਂਗਾ। ਕਿਉਂ ਜੋ ਮੈਂ ਪਿਛਲੀ ਵਾਰ ਇੰਜ ਕੀਤਾ? ਮੈਂ ਪਰੇਸ਼ਾਨ ਹੋਇਆ ਹਾਂ ਅਤੇ ਹਮੇਸ਼ਾ ਹੀ ਇਸ ਤਰ੍ਹਾਂ
ਕਰਕੇ ਥੱਕ ਗਿਆ ਹਾਂ। ਤੁਹਾਡੀ ਸਮੱਸਿਆ ਇਹ ਹੈ ਕਿ ਆਪਣੇ ਪਰਿਵਾਰ ਵਿੱਚ ਤੁਸੀਂ ਇੱਕ ਪਰਮੇਸ਼ਰ ਦੇ ਜਨ ਹੋ। ਜੇ ਤੁਸੀਂ ਹੀ ਹਮੇਸ਼ਾ ਪਹਿਲ ਕਰਨ ਦੇ ਅੱਗੇ ਵਧਦੇ ਹੋ ਤਾਂ ਪਰਮੇਸ਼ਰ ਤੁਹਾਨੂੰ ਆਸ਼ੀਸ਼ ਦਿੰਦਾ ਹੈ। ਬਾਈਬਲ ਦੱਸਦੀ ਹੈ ਤੁਹਾਡੇ ਕੋਲ ਇਸ ਤਰ੍ਹਾਂ ਕਰਨ ਦੀ ਆਸ਼ਾ ਕੀਤੀ ਜਾਂਦੀ ਹੈ, ਪਰ ਅਸਲ ਵਿੱਚ ਤਾਂ ਇੰਜ ਹੋਣਾ ਚਾਹੀਦਾ ਹੈ ਕਿ ਮੇਲ ਮਿਲਾਪ ਲਈ ਸਾਨੂੰ ਇਸ ਤਰ੍ਹਾਂ ਬਹਿਸ ਕਰਨੀ ਚਾਹੀਦੀ ਹੈ। ਨਹੀਂ, ਹੁਣ ਮੈਨੂੰ ਪਹਿਲ ਕਰਨ ਦੇ, ਤੂੰ ਪਿਛਲੀ ਵਾਰ ਕੀਤੀ ਸੀ। ਬਾਈਬਲ ਇਸ ਤਰ੍ਹਾਂ ਹੀ ਆਖਦੀ ਹੈ। ਪ੍ਰਭੂ ਜਾਣਦਾ ਸੀ ਕਿ ਜੀਵਨ ਕਿਸ ਤਰ੍ਹਾਂ ਕੰਮ ਕਰਦਾ ਸੀ। ਤੁਸੀਂ ਇਸ ਪੁਰਾਣੀ ਗੱਲ ਨੂੰ ਯਾਦ ਰੱਖੋ। ਜੇ ਕੋਈ ਸ਼ੱਕ ਹੈ ਤਾਂ ਨਿਰਦੇਸ਼ ਵੇਖੋ। ਪਰਮੇਸ਼ਰ ਜਾਣਦਾ ਹੈ, ਇਹੀ ਕਾਰਨ ਹੈ ਕਿ ਮੈਂ ਪੁਸਤਕ ਨੂੰ ਪ੍ਰੇਮ ਕਰਦਾ ਹਾਂ। ਤੁਸੀਂ ਇਸ ਕਿਤਾਬ ਨੂੰ ਪੜ੍ਹੋ ਅਤੇ ਇਹ ਤੁਹਾਨੂੰ ਆਜ਼ਾਦ ਕਰ ਦੇਵੇਗੀ। ਤੁਸੀਂ ਇਸ ਕਿਤਾਬ ਨੂੰ ਪੜ੍ਹੋ ਅਤੇ ਜੇ ਤੁਸੀਂ ਆਗਿਆਕਾਰੀ ਬਣਨਾ ਚਾਹੁੰਦੇ ਹੋ ਅਤੇ ਇਸ ਨੂੰ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਮਝ ਜਾਓਗੇ ਕਿ ਕੀ ਕਰਨਾ ਹੈ ਅਤੇ ਕਿਸ ਤਰ੍ਹਾਂ ਕਰਨਾ ਹੈ। ਮੈਂ ਤੁਹਾਨੂੰ ਕਈ ਮੌਕਿਆਂ ਤੇ ਕੈਰੀ ਟੈਨ ਬੂਮ ਦੀਆਂ ਕਹਾਣੀਆਂ ਸੁਣਾਈਆਂ ਅਤੇ ਉਸ ਦੀ ਇੱਕ ਕਹਾਣੀ ਨੂੰ ਬਹੁਤ ਪ੍ਰਭਾਵ ਪਾਇਆ ਜੋ ਉਸ ਦੇ ਬਾਰੇ ਲਿਖੀ ਗਈ ਸੀ। ਜਰਮਨੀ ਉੱਤੇ ਅਲਾਇਦ ਦੀ ਜਿੱਤ ਦੇ ਬਾਰੇ ਕੋਰੀ ਨੂੰ ਰੈਬਸਨ ਬਰੂਕ ਸ਼ਹਿਰ ਵਿੱਚ ਨਾਜੀ ਕੈਂਪ ਤੋਂ ਆਜ਼ਾਦ ਕੀਤਾ ਗਿਆ। ਇੱਕ ਦੂਜੇ ਕੈਂਪ ਵਿੱਚ ਉੱਥੇ ਹੀ ਉਸ ਦੇ ਪਿਤਾ ਦੀ ਮੌਤ ਹੋ ਗਈ ਸੀ। ਕੋਰੀ ਨੇ ਆਪਣੀ ਭੈਣ ਬੈਟਸੀ ਨੂੰ ਮਰਦਿਆਂ ਹੋਇਆ ਵੇਖਿਆ ਸੀ, ਜਿਹੜੀ ਉਸ ਦੇ ਨਾਲ ਕੈਂਪ ਵਿੱਚ ਸੀ। ਜਦ ਉਸ ਨੂੰ ਕੈਦ ਵਿੱਚ ਕੀਤਾ ਗਿਆ ਤਾਂ ਕੋਰੀ ਨੇ ਫੈਸਲਾ ਕੀਤਾ ਕਿ ਹੁਣ ਉਹ ਜਰਮਨ ਵਿੱਚ ਜਾ ਕੇ ਉਹਨਾਂ ਲੋਕਾਂ ਨੂੰ ਮਾਫ ਕਰਨ ਦੀ ਸਿੱਖਿਆ ਦੇਵੇਗੀ ਜਿਨ੍ਹਾਂ ਨੂੰ ਨਜ਼ੀਆਂ ਨੇ ਕੈਦ ਦੇ ਦੌਰਾਨ ਬਹੁਤ ਪੀੜਾ ਦਿੱਤੀ ਸੀ। ਇੱਕ ਦਿਨ ਐਤਵਾਰ ਦੇ ਸਵੇਰ ਕੋਰੀ ਜਦ ਮੁਨੀਚ ਵਿੱਚ ਸੀ, ਇੱਕ ਆਦਮੀ ਉਸ ਨੂੰ ਮਿਲਣ ਆਇਆ। ਉਸਨੇ ਉਸ ਨੂੰ ਝੱਟ ਹੀ ਪਛਾਣ ਲਿਆ। ਉਹਨੂੰ ਯਾਦ ਆ ਗਿਆ ਕਿ ਕਿਸ ਤਰ੍ਹਾਂ ਇਸ ਜ਼ਾਲਮ ਆਦਮੀ ਨੇ ਉਸ ਨੂੰ ਅਤੇ ਦੂਜੀਆਂ ਔਰਤਾਂ ਨੂੰ ਫੁਵਾਰੇ ਥੱਲੇ ਬੈਠ ਕੇ ਨਹਾਉਣ ਵਾਸਤੇ ਮਜਬੂਰ ਕੀਤਾ ਅਤੇ ਉਸ ਦੌਰਾਨ ਉਹਨਾਂ ਨੂੰ ਇਸ ਹਾਲਾਤ ਵਿੱਚ ਵੇਖ ਕੇ ਵਿਅੰਗ ਕਰਦਾ ਸੀ ਜਦ ਉਹ ਆਪਣੀ ਨੰਗੀ ਅਵਸਥਾ ਉੱਤੇ ਅਸਹਾਏ ਸਨ। ਜਿਹੜਾ ਆਦਮੀ ਉਸ ਦੇ ਸਾਹਮਣੇ ਖੜਾ ਸੀ ਉਸ ਦੀ ਭੈਣ ਨੂੰ ਤੰਗ ਕਰਕੇ ਆਨੰਦ ਦਾ ਅਹਿਸਾਸ ਕਰਦਾ ਸੀ ਅਤੇ ਉਸ ਦੀ ਭੈਣ ਰੈਨਬੈਸ ਬਰੋਕ ਸ਼ਹਿਰ ਵਿੱਚ ਹੀ ਮਰ ਗਈ। ਉਸਨੇ ਕੋਰੀ ਨੂੰ ਆਖਿਆ, ਇਹ ਅਦਭੁਤ ਹੈ ਕਿ ਯਿਸੂ ਸਾਡੇ ਪਾਪ क्षमा ਕਰਦਾ ਹੈ। ਮੈਂ ਉੱਥੇ ਗਾਰਡ ਸੀ ਪਰ ਉਸ ਵਕਤ ਤੋਂ ਹੀ ਮੈਂ ਮਸੀਹ ਬਣ ਗਿਆ ਹਾਂ। ਮੈਂ ਜਾਣਦਾ ਕਿ ਪਰਮੇਸ਼ਰ ਨੇ ਮੈਨੂੰ ਮਾਫ ਕਰ ਦਿੱਤਾ ਹੈ, ਪਰ ਮੈਂ ਇਹ ਸੁਣਨਾ ਚਾਹੁੰਦਾ ਹਾਂ ਕਿ ਤੂੰ ਮੈਨੂੰ ਮਾਫ ਕੀਤਾ ਹੈ। ਕੋਰੀ ਆਖਦੀ ਹੈ ਕਿ ਉਹ ਸੁੰਨ ਹੋ ਗਈ ਅਤੇ ਇੰਜ ਮਹਿਸੂਸ ਕੀਤਾ ਜਿਸ ਤਰ੍ਹਾਂ ਉਸ ਨੂੰ ਲਕਵਾ ਮਾਰ ਗਿਆ ਹੈ। ਉਹ ਉਸ ਆਦਮੀ ਨੂੰ ਮਾਫ ਨਹੀਂ ਕਰ ਸਕੀ। ਉਸ ਦੀ ਭੈਣ ਦੀ ਮੌਤ ਦਾ ਕਾਰਨ ਇਹ ਆਦਮੀ ਹੀ ਸੀ। ਉਸ ਨੂੰ ਵੀ ਉਸ ਆਦਮੀ ਨੇ ਬਹੁਤ ਬੇਇੱਜ਼ਤ ਕੀਤਾ ਸੀ। ਉਸ ਨੇ ਬਹੁਤ ਅਫਸੋਸ ਕੀਤਾ ਕਿ ਉਹ ਮਾਫੀ ਦੇਣ ਦੇ ਬਾਰੇ ਸਿੱਖਿਆ ਦਿੰਦੀ ਹੈ। ਹੁਣ ਇੱਕ ਆਦਮੀ ਉਸ ਦੇ ਸਾਹਮਣੇ ਖੜਾ ਹੈ ਜਿਸ ਨੂੰ ਜ਼ਰੂਰਤ ਹੈ ਕਿ ਉਹ ਉਸ ਦੇ ਦੁਆਰਾ ਮਾਫ ਕੀਤਾ ਜਾਏ। ਕੋਰੀ ਟੈਨ ਬੂਥ ਨੇ ਆਖਿਆ, ਮੈਂ ਪ੍ਰਾਰਥਨਾ ਕੀਤੀ, ਪਰਮੇਸ਼ਰ ਮੈਨੂੰ ਮਾਫ ਕਰ ਕਿਉਂ ਜੋ ਮੈਂ ਉਸ ਨੂੰ ਮਾਫ ਨਹੀਂ ਕਰ ਸਕੀ। ਉਹ ਦੱਸਦੀ ਹੈ ਜਿਸ ਤਰ੍ਹਾਂ ਹੀ ਉਸ ਨੇ ਪ੍ਰਾਰਥਨਾ ਕੀਤੀ ਅਤੇ ਉਸ ਨੇ ਮਹਿਸੂਸ ਕੀਤਾ ਕਿ ਨਾ ਕੇਵਲ ਉਸ ਨੂੰ ਹੀ ਮਾਫੀ ਮਿਲ ਗਈ ਪਰ ਮਾਫ ਕਰਕੇ ਆਜ਼ਾਦ ਵੀ ਹੋ ਗਈ। ਉਹ ਦੱਸਦੀ ਹੈ ਉਸ ਕੈਂਪ ਦਾ ਭਾਰ ਜੋ ਉਸ ਉੱਪਰ ਸੀ ਉਹ ਲੱਥ ਗਿਆ ਅਤੇ ਹੁਣ ਉਹ ਆਜ਼ਾਦ ਸੀ। ਜਦ ਕੋਈ ਆਦਮੀ ਮੇਰੇ ਪ੍ਰਤੀ ਗਲਤ ਕਰਦਾ ਹੈ, ਇਹ ਸ਼ਕਤੀ ਮੇਰੇ ਅਧੀਨ ਹੈ ਅਤੇ ਸਿਰਫ ਮੇਰੀ ਹੈ ਕਿ ਮੈਂ ਉਸ ਨੂੰ ਮਾਫ ਕਰ ਸਕਾਂ। ਮੈਂ ਮਾਫ ਕਰ ਸਕਦਾ ਹਾਂ ਭਾਵੇਂ ਦੂਜੇ ਆਦਮੀ ਇਸ ਨੂੰ ਸਵੀਕਾਰ ਕਰੇ ਜਾਂ ਨਾ ਕਰੇ। ਉਸਨੇ ਮੇਰੇ ਲਈ ਕੀਤਾ ਹੈ, ਇਸ ਬਾਰੇ ਅਫਸੋਸ ਕਰੇ ਜਾਂ ਆਪਣਾ ਰਾਸਤਾ ਬਦਲੇ। ਮੇਰੀ ਮਾਫੀ ਕੇਵਲ ਮੇਰੀ ਸ਼ਕਤੀ ਨੂੰ ਹੀ ਪ੍ਰਗਟ ਕਰਦੀ ਹੈ, ਪਰ ਇਹ ਮੇਰੇ ਪ੍ਰਤੀ ਗਲਤ ਕਰਨ ਵਾਲੇ ਦੀ ਸ਼ਕਤੀ ਨੂੰ ਵੀ ਤੋੜ ਦਿੰਦੀ ਹੈ। ਜਦ ਕਿ ਮੈਂ ਹੁਣ ਤੱਕ ਦੁਖੀ ਸੀ ਅਤੇ ਉਸ ਨੂੰ ਮਾਫ ਕਰਨ ਦਾ ਫੈਸਲਾ ਕੀਤਾ। ਮੈਂ ਸੋਚ ਸਮਝ ਕੇ ਉਸ ਨੂੰ ਕਹਿ ਰਹੀ ਸੀ, ਮੈਂ ਤੈਨੂੰ ਉਸ ਦੋਸ਼ ਤੋਂ ਮੁਕਤ ਕਰ ਰਹੀ ਹਾਂ ਜੋ ਤੂੰ ਮੇਰੇ ਪ੍ਰਤੀ ਕੀਤਾ। ਹੁਣ ਮੈਂ ਆਪਣੀ ਭਾਵਨਾ ਵਿੱਚ ਕਦੇ ਇਸ ਨੂੰ ਯਾਦ ਕਰਕੇ ਦੁਖੀ ਨਹੀਂ ਹੋਵਾਂਗੀ। ਬਾਈਬਲ ਠੀਕ ਆਖਦੀ ਹੈ, ਮਾਫੀ ਤੁਹਾਨੂੰ ਆਜ਼ਾਦ ਕਰ ਦਿੰਦੀ ਹੈ। ਆਮੀਨ। ਪਿਆਰੇ ਦਰਸ਼ਕੋ, ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਖੀਰ ਤੱਕ ਬਣੇ ਰਹਿਣ ਦੇ ਲਈ ਤੁਹਾਡਾ ਸਭਨਾਂ ਦਾ ਬਹੁਤ-ਬਹੁਤ ਧੰਨਵਾਦ। ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਮੇਲ ਮਿਲਾਪ ਦੇ ਬਾਰੇ ਵਿਸਥਾਰ ਨਾਲ ਜਾਣਨ ਦੀ ਕੋਸ਼ਿਸ਼ ਕੀਤੀ ਗਈ। ਇਸ ਦੇ ਲਈ ਅਸੀਂ ਮੱਤੀ ਦੀ ਅੰਜੀਲ ਦੇ 5 ਅਧਿਆਏ ਦੀ 23 ਤੋਂ ਲੈ ਕੇ 26 ਆਇਤਾਂ ਤੱਕ ਦੇ ਵਚਨਾਂ ਦਾ ਅਧਿਐਨ ਕੀਤਾ। ਬਾਈਬਲ ਬਾਣੀ ਦੇ ਇਹਨਾਂ ਵਚਨਾਂ ਦੇ ਵਿੱਚ ਪ੍ਰਭੂ ਯਿਸੂ ਜੀ ਕਹਿੰਦੇ ਹਨ ਕਿ ਜਦੋਂ ਤੂੰ ਪਰਮੇਸ਼ਰ ਦੀ ਵੇਦੀ ਦੇ ਕੋਲ ਆਪਣੀ ਭੇਂਟ ਨੂੰ ਲੈ ਕੇ ਆਵੇ ਅਤੇ ਤੈਨੂੰ ਪਤਾ ਲੱਗੇ ਕਿ ਤੇਰੇ ਭਰਾ ਤੇਰੇ ਤੋਂ ਕਿਸੇ ਵਜ੍ਹਾ ਨਾਲ ਨਾਰਾਜ਼ ਹਨ, ਤਾਂ ਆਪਣੀ ਭੇਂਟ ਨੂੰ ਉੱਥੇ ਹੀ ਛੱਡ ਦੇ। ਪਹਿਲਾਂ ਜਾ ਕੇ ਆਪਣੇ ਭਰਾ ਦੇ ਨਾਲ ਮੇਲ ਮਿਲਾਪ ਕਰ, ਫਿਰ ਆ ਕੇ ਆਪਣੀ ਭੇਂਟ ਨੂੰ ਚੜਾ।
ਪ੍ਰਭੂ ਯਿਸੂ ਜੀ ਇਸ ਤਰ੍ਹਾਂ ਕਿਉਂ ਆਖਦੇ ਹਨ? ਕਿਉਂਕਿ ਉਹਨਾਂ ਨੂੰ ਪਤਾ ਸੀ ਕ੍ਰੋਧ ਦਾ ਸਾਹਮਣਾ ਕੇਵਲ ਮੇਲ ਮਿਲਾਪ ਅਤੇ ਸ਼ਾਂਤੀ ਦੇ ਨਾਲ ਹੀ ਕੀਤਾ ਜਾ ਸਕਦਾ ਹੈ। ਜੇਕਰ ਇਸ ਦੇ ਨਾਲ ਸਮਾਂ ਰਹਿੰਦੇ ਨਾ ਨਜਿੱਠਿਆ ਗਿਆ ਤਾਂ ਇਸ ਦੇ ਗੰਭੀਰ ਪਰਿਣਾਮ ਹੋ ਸਕਦੇ ਹਨ। ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਕ੍ਰੋਧ ਦਾ ਸਾਹਮਣਾ ਕਰਨ ਦੇ ਤਰੀਕਿਆਂ ਉੱਤੇ ਗੌਰ ਕੀਤਾ। ਪਹਿਲੇ ਤਰੀਕੇ ਦੇ ਵਿੱਚ ਅਸੀਂ ਜਾਣਿਆ ਕਿ ਸਾਨੂੰ ਆਪਣੀ ਗਲਤੀ ਯਾਦ ਰੱਖਣੀ ਚਾਹੀਦੀ ਹੈ। ਜੇਕਰ ਅਸੀਂ ਇਸ ਤਰ੍ਹਾਂ ਨਹੀਂ ਕਰਦੇ ਤਾਂ ਅਸੀਂ ਆਪਣੀ ਭਗਤੀ ਦੇ ਆਨੰਦ ਨੂੰ ਰੋਕਦੇ ਹਾਂ। ਦੂਜਾ ਤਰੀਕਾ ਭਗਤੀ ਦਾ ਇਨਕਾਰ ਕਰਨਾ ਹੈ। ਇਸ ਦਾ ਅਰਥ ਪਰਮੇਸ਼ਵਰ ਦਾ ਇਨਕਾਰ ਕਰਨਾ ਨਹੀਂ ਹੈ, ਪਰ ਇਹ ਪਰਮੇਸ਼ਵਰ ਦੀ ਹੀ ਮਰਜ਼ੀ ਹੈ ਕਿ ਅਸੀਂ ਆਪਣੀ ਭੇਂਟ ਨੂੰ ਵੇਦੀ ਤੇ ਹੀ ਛੱਡ ਕੇ ਪਹਿਲਾਂ ਆਪਣੇ ਭਰਾ ਦੇ ਨਾਲ ਮਨਮੁਟਾਵ ਨੂੰ ਦੂਰ ਕਰੀਏ ਅਤੇ ਫਿਰ ਉਹਦੀ ਵੇਦੀ ਤੇ ਆ ਕੇ ਉਹਨੂੰ ਭੇਂਟ ਚੜਾਈਏ। ਅਗਲਾ ਤਰੀਕਾ ਜੋ ਅਸੀਂ ਸਿੱਖਿਆ ਸੀ ਉਹ ਸੀ ਭਗਤੀ ਦੇ ਲਈ ਵਾਪਸ ਆਉਣਾ। ਇਸ ਦਾ ਅਰਥ ਹੈ ਆਪਣੇ ਭਰਾ ਦੇ ਨਾਲ ਮੇਲ ਮਿਲਾਪ ਕਰਕੇ ਵਾਪਿਸ ਪਰਮੇਸ਼ਰ ਦੇ ਕੋਲ ਆਉਣਾ। ਜਦੋਂ ਅਸੀਂ ਇਸ ਤਰ੍ਹਾਂ ਕਰਦੇ ਹਾਂ ਤਾਂ ਅਸੀਂ ਆਪਣੇ ਆਨੰਦ ਦੇ ਨਾਲ ਭਰੇ ਹੁੰਦੇ ਹਾਂ ਅਤੇ ਸਾਡੇ ਅੰਦਰ ਕੋਈ ਵੀ ਕੜਵਾਹਟ ਨਹੀਂ ਹੁੰਦੀ। ਇਹ ਸਾਡੇ ਪਰਮੇਸ਼ਰ ਦੇ ਨਾਲ ਅਤੇ ਸਾਡੇ ਭਰਾ ਦੇ ਨਾਲ ਸਾਡੇ ਆਪਸੀ ਰਿਸ਼ਤੇ ਨੂੰ ਹੋਰ ਮਜ਼ਬੂਤ ਕਰਦਾ ਹੈ। ਦੋਸਤੋ, ਇੱਥੇ ਇੱਕ ਸਵਾਲ ਹੈ, ਕੀ ਤੁਹਾਨੂੰ ਪਤਾ ਹੈ ਕਿ ਤੁਹਾਡਾ ਕੋਈ ਭਰਾ ਜਾਂ ਭੈਣ ਤੁਹਾਡੇ ਤੋਂ ਕਿਸੇ ਕਾਰਨ ਨਾਰਾਜ਼ ਹੈ? ਕੀ ਤੁਸੀਂ ਆਪਣੇ ਕਿਸੇ ਭਰਾ ਜਾਂ ਭੈਣ ਤੋਂ ਗੁੱਸਾ ਹੋ? ਆਓ ਪ੍ਰਾਰਥਨਾ ਕਰਦੇ ਹਾਂ। ਸਾਡੇ ਅਨੁਗ੍ਰਹਕਾਰੀ ਦਿਆਲੂ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਜੀ ਦੇ ਨਾਂ 'ਚ ਅਸੀਂ ਤੁਹਾਡੇ ਚਰਨਾਂ 'ਚ ਆਉਂਦੇ ਪ੍ਰਭੂ। ਤੁਹਾਡਾ ਧੰਨਵਾਦ ਕਰਦੇ ਪ੍ਰਭੂ ਜੀ ਅੱਜ ਦੇ ਇਸ ਬਹੁਤ ਹੀ ਸੁੰਦਰ ਵਚਨ ਵਾਸਤੇ, ਜਿਸ ਦੇ ਜ਼ਰੀਏ ਤੁਸੀਂ ਤੁਹਾਨੂੰ ਸਿਖਾਇਆ ਕਿ ਪ੍ਰਭੂ ਸਾਡਾ ਆਪਣੇ ਭੈਣ ਭਰਾਵਾਂ ਦੇ ਨਾਲ ਮੇਲ ਮਿਲਾਪ ਕਿੰਨਾ ਮਹੱਤਵਪੂਰਨ ਹੈ। ਜੇਕਰ ਸਾਡਾ ਕਿਸੇ ਨਾਲ ਮਨਮੁਟਾਵ ਹੈ ਤਾਂ ਅਸੀਂ ਉਸ ਮਨਮੁਟਾਵ ਨੂੰ ਮੇਲ ਮਿਲਾਪ ਦੇ ਨਾਲ ਉਸੇ ਸਮੇਂ ਖਤਮ ਕਰੀਏ। ਪ੍ਰਭੂ ਜੀ ਤੁਸੀਂ ਕਿੰਨੇ ਮਹਾਨ ਹੋ ਕਿ ਤੁਸੀਂ ਪ੍ਰਭੂ ਜੀ ਆਪ ਚਾਹੁੰਦੇ ਹੋ ਕਿ ਅਸੀਂ ਆਪਣੀ ਭਗਤੀ ਨੂੰ ਥੋੜ੍ਹੀ ਦੇਰ ਲਈ ਰੋਕ ਕੇ ਪਹਿਲੇ ਆਪਣੇ ਭਰਾਵਾਂ ਨਾਲ ਮਨ ਮਿਟਾਵ ਨੂੰ ਦੂਰ ਕਰ ਸਕੀਏ। ਧੰਨਵਾਦ ਕਰਦੇ ਪਿਤਾ ਪਰਮੇਸ਼ਰ ਕਿ ਤੁਸੀਂ ਸਾਡੀ ਆਤਮਿਕ ਉન્નਤੀ ਦੇ ਵਿੱਚ ਪ੍ਰਸੰਨ ਹੁੰਦੇ ਹੋ। ਇਸ ਲਈ ਪਿਤਾ ਪਰਮੇਸ਼ਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਆਪਣੀ ਭੇਂਟ ਨੂੰ ਵੇਦੀ ਤੇ ਹੀ ਛੱਡ ਕੇ ਪਹਿਲਾਂ ਆਪਣੇ ਭੈਣ ਜਾਂ ਭਰਾ ਦੇ ਨਾਲ ਜੋ ਸਾਡੇ ਤੋਂ ਨਾਰਾਜ਼ ਹੈ ਉਸ ਦੇ ਕੋਲ ਜਾ ਕੇ ਉਸ ਦੇ ਨਾਲ ਮੇਲ ਮਿਲਾਪ ਕਰ ਸਕੀਏ। ਪ੍ਰਭੂ ਜੀ ਇਸ ਚੰਗੇ ਵਚਨ ਵਾਸਤੇ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ। ਸਾਡੇ ਸਾਰੇ ਦਰਸ਼ਕਾਂ ਨੂੰ ਜੋ ਇਸ ਵਚਨ ਨੂੰ ਦੇਖ ਰਹੇ ਆ, ਜੋ ਇਸ ਪ੍ਰੋਗਰਾਮ ਨੂੰ ਦੇਖ ਰਹੇ ਆ, ਉਹਨਾਂ ਸਾਰਿਆਂ ਨੂੰ ਬਰਕਤ ਦਿਓ, ਸਮਝ ਦਿਓ, ਬੁੱਧ ਪ੍ਰਦਾਨ ਕਰੋ ਤਾਂ ਕਿ ਪ੍ਰਭੂ ਉਹ ਵੀ ਪਿਤਾ ਪਰਮੇਸ਼ਰ ਹੀ ਜੇਕਰ ਆਪਣੇ ਕਿਸੇ ਭੈਣ ਭਰਾ ਤੋਂ ਨਾਰਾਜ਼ ਹਨ ਤਾਂ ਅੱਜ ਪ੍ਰਭੂ ਜੀ ਉਹਨਾਂ ਨੂੰ ਮਾਫ ਕਰ ਸਕਣ ਔਰ ਆਪਣੇ ਰਿਸ਼ਤੇ ਨੂੰ ਤੁਹਾਡੇ ਨਾਲ ਅਤੇ ਆਪਣੇ ਭੈਣ ਭਰਾਵਾਂ ਦੇ ਨਾਲ ਸਹੀ ਕਰ ਸਕਣ। ਯਿਸੂ ਨਾਸਰੀ ਜੀ ਦੇ ਨਾਲ ਇਸ ਧੰਨਵਾਦ ਦੇ ਨਾਲ ਇਸ ਪ੍ਰਾਰਥਨਾ ਨੂੰ ਮੰਗਦੇ ਹਾਂ, ਆਮੀਨ। ਅਗਲੇ ਪ੍ਰੋਗਰਾਮ ਦੇ ਵਿੱਚ ਫੇਰ ਮਿਲਾਂਗੇ, ਤਦ ਤੱਕ ਦੇ ਲਈ ਜੈ ਮਸੀਹ ਦੀ। ਕੀ ਤੁਹਾਨੂੰ ਇਹ ਪ੍ਰੋਗਰਾਮ ਪਸੰਦ ਆਇਆ? ਹੁਣੇ ਸਾਨੂੰ ਇੱਕ ਮਿਸ ਕਾਲ ਦਿਓ ਤੇ ਤੁਸੀਂ ਅਗਲੇ ਜੇਤੂ ਹੋ ਸਕਦੇ ਹੋ।